हेलो स्टूडेंट्स, ਅੱਜ ਦਾ ਆਪਣਾ ਕੰਪਰੀਹੈਂਸ਼ਨ ਦਾ ਤੀਸਰਾ ਲੈਕਚਰ ਹੈ ਜੀ। ਇਹ ਜੋ ਥਰਡ ਲੈਕਚਰ ਕੰਪਰੀਹੈਂਸ਼ਨ ਦਾ ਕਰ ਰਹੇ ਹਾਂ, ਇਸ ਕੰਪਰੀਹੈਂਸ਼ਨ ਦੇ ਵਿੱਚ ਕੁਝ ਡਿਫਰੈਂਟ ਹੈ। ਡਿਫਰੈਂਟ ਕਿਵੇਂ ਹੈ ਜੀ? ਇਹਦੇ ਵਿੱਚ ਵੋਕੈਬਲਰੀ ਦਾ ਬਹੁਤ ਰੋਲ ਹੈ। ਹੁੰਦਾ ਤਾਂ ਸਾਰਿਆਂ ਦੇ ਵਿੱਚ ਹੈ, ਬਟ ਇਹਦੇ ਵਿੱਚ ਵੋਕੈਬਲਰੀ ਦਾ ਖਾਸ ਕਰਕੇ ਕਾਫੀ ਰੋਲ ਹੈ, ਕਿਉਂਕਿ ਇਹਦੇ ਵਿੱਚ ਕੁਐਸਚਨਸ ਕੀ ਨੇ, ਮੀਨਿੰਗਸ ਦੇ ਰਿਗਾਰਡਿੰਗ ਕਾਫੀ ਆਏ ਹੋਏ ਨੇਗੇ। ਠੀਕ ਹੈ ਜੀ, ਮੀਨਿੰਗਸ ਦੇ ਰਿਗਾਰਡਿੰਗ ਕਾਫੀ ਆਏ ਹੋਏ ਨੇ। ਪਲੱਸ ਜਿਵੇਂ ਆਪਾਂ ਪਿਛਲੇ ਦੋ ਕੰਪਰੀਹੈਂਸ਼ਨ ਕੀਤੇ ਸੀ, ਆਪਾਂ ਲੋਕੇਸ਼ਨ ਤੇ ਜਾ ਕੇ ਕੀ ਕਰਦੇ ਸੀ ਕਿ ਆਨਸਰ ਫਾਈਂਡ ਆਊਟ ਕਰਕੇ ਆਪਾਂ ਮੈਚ ਕਰਕੇ ਆਨਸਰ ਲਗਾ ਦਿੰਦੇ ਸੀ। ਬਟ ਇੱਥੇ ਕੀ ਹੈ, ਆਨਸਰ ਨੂੰ ਆਪਾਂ ਐਨਾਲਾਈਜ਼ ਕਰਨਾ। ਆਨਸਰ ਨੂੰ ਐਨਾਲਾਈਜ਼ ਕਰਨਾ ਪ੍ਰੋਪਰ, ਕਿ ਆਨਸਰ ਜਿਹੜਾ ਹੈਗਾ ਆਪਾਂ ਲਗਾਉਣਾ ਹੈ ਉਹ ਲੋਕੇਸ਼ਨ ਤੋਂ ਆਪਾਂ ਕਨਕਲੂਡ ਕਰਨਾ, ਉੱਥੋਂ ਆਪਾਂ ਉਹ ਨਿਚੋੜ ਕੱਢ ਕੇ ਲਿਆਉਣਾ ਉਸ ਲੋਕੇਸ਼ਨ ਤੋਂ ਕਿ ਆਨਸਰ ਆਪਣਾ ਆਪਸ਼ਨ ਦੇ ਵਿੱਚੋਂ ਲੱਗੋ ਕਿਹੜਾ। ਠੀਕ ਹੈ ਜੀ, ਕੰਪਰੀਹੈਂਸ਼ਨ ਆਪਾਂ ਸਟਾਰਟ ਕਰਦੇ ਹਾਂ। ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸ ਦੇਣਾ ਚਾਹੁੰਦਾ, ਜਿਹੜੇ ਇਦਾਂ ਦੇ ਕੰਪਰੀਹੈਂਸ਼ਨ ਹੁੰਦੇ ਨੇ, ਇਹਨਾਂ ਦੇ ਵਿੱਚ ਕੋਸ਼ਿਸ਼ ਇਹ ਰੱਖਣੀ ਹੈ ਕਿ ਜਲਦੀ ਤੋਂ ਜਲਦੀ ਸਪੀਡ ਦੇ ਵਿੱਚ ਸਕਿਮਿੰਗ ਕਰ ਲਓ। ਕੰਪਲੀਟ ਜਿਹੜਾ ਤੁਹਾਡਾ ਪੈਸੇਜ ਹੈ ਉਹਦੀ ਇੱਕ ਸਕਿਮਿੰਗ ਕਰ ਲਓ, ਨਿਗਾਹ ਮਾਰ ਲਓ ਕਿ ਉਹਦੇ ਵਿੱਚ ਦਿੱਤਾ ਕੀ ਹੋਇਆ ਹੈ, ਕਿ ਉਹ ਪੈਸੇਜ ਕਹਿ ਕੀ ਰਿਹਾ ਹੈਗਾ। ਠੀਕ ਹੈ ਜੀ, ਜਦੋਂ ਤੁਸੀਂ ਸਕਿਮਿੰਗ ਕਰ ਲਓਗੇ ਤਾਂ ਤੁਹਾਨੂੰ ਥੋੜਾ ਜਿਹਾ ਆਈਡੀਆ ਹੋ ਜਾਊਗਾ ਵੀ ਪੈਸੇਜ ਦੇ ਵਿੱਚ ਗੱਲ ਕੀ ਚੱਲ ਰਹੀ ਆ। ਹੁਣ ਮੈਂ ਤੁਹਾਨੂੰ ਸ਼ਾਰਟ ਦੇ ਵਿੱਚ ਦੱਸ ਦਿੰਦਾ ਕਿ ਇਹ ਪੈਸੇਜ ਦੇ ਵਿੱਚ ਕੀ ਹੈ ਜੀ। ਇੱਕ ਕੈਟ ਦੀ ਗੱਲ ਕੀਤੀ ਗਈ ਹੈ, ਇੱਕ ਬਿੱਲੀ ਦੀ ਗੱਲ ਕੀਤੀ ਗਈ ਹੈ, ਜੋ ਕਿ ਬੜੀ ਹੀ ਇਹ ਕਹਿ ਸਕਦੇ ਹੋ ਕਿ ਬੜੀ ਉਹਦੇ ਵਿੱਚ ਸਬਰ ਹੈ। ਉਹ ਆਪਣੇ ਇੱਕ ਸ਼ਿਕਾਰ ਲਈ, ਆਪਣੀ ਭੁੱਖ ਮਿਟਾਉਣ ਲਈ ਉਹਦੇ ਵਿੱਚ ਬੜਾ ਸਬਰ ਹੈ। ਉਹ ਸ਼ਿਕਾਰ ਲੱਭ ਰਹੀ ਹੈ ਕਿ ਉਹਨੂੰ ਕੁਝ ਖਾਣ ਨੂੰ ਮਿਲ ਜੇ। ਹੁਣ ਕੁਐਸਚਨਸ ਦੀ ਗੱਲ ਕਰੀਏ ਤਾਂ ਕੁਐਸਚਨਸ ਤੋਂ ਸਟਾਰਟ ਕਰਦੇ ਹਾਂ। ਜਿਹੜਾ ਫਰਸਟ ਕੁਐਸਚਨ ਹੈ ਉਹਦੇ ਵਿੱਚ ਕੀ ਹੈ ਜੀ, which of the following suggests a synonymous meaning to the words providence and crescendo। ਹੁਣ ਜਿਹੜੇ ਇਹ ਸ਼ਬਦ ਨੇ, ਇਹ ਕਹਿ ਰਹੇ ਨੇ ਵੀ ਜਿਹੜੇ ਸ਼ਬਦ ਨੇ ਇਹਨਾਂ ਨਾਲ ਦੇ ਸੇਮ ਮੀਨਿੰਗ ਵਾਲੇ ਸ਼ਬਦ ਇਹਨਾਂ ਵਿੱਚੋਂ ਕਿਹੜੇ ਹੈ। ਜਿਵੇਂ ਕਿ A ਆਪਸ਼ਨ ਦਿੱਤੀ ਹੋਈ ਹੈ ਨੇਮੇਸਿਸ ਤੇ ਅਪੈਕਸ, ਮਤਲਬ ਰਿਸਪੈਕਟਿਵਲੀ ਦਾ ਮਤਲਬ ਕੀ ਹੈ, ਪਹਿਲਾ ਪ੍ਰੋਵੀਡੈਂਸ ਹੈ, ਦੂਸਰਾ ਕ੍ਰੈਸ਼ੈਂਡੋ ਹੈ। ਕ੍ਰੈਸ਼ੈਂਡੋ ਤੇ ਪ੍ਰੋਵੀਡੈਂਸ ਦੇ ਆਪਾਂ ਮੀਨਿੰਗ ਦੇਖਣੇ ਆ ਤਾਂ ਪ੍ਰੋਵੀਡੈਂਸ ਦਾ ਮੀਨਿੰਗ ਜਿਹੜਾ ਹੋਊਗਾ ਪਹਿਲੇ ਚ ਹੋਊਗਾ ਤੇ ਦੂਸਰੇ ਜਿਹੜਾ ਹੋਊਗਾ ਕ੍ਰੈਸ਼ੈਂਡੋ ਵਾਸਤੇ ਹੋਊਗਾ। ਹੁਣ ਇੱਥੇ A ਆਪਸ਼ਨ ਹੈਗੀ ਆਪਣੇ ਕੋਲ ਨੇਮੇਸਿਸ ਐਂਡ ਅਪੈਕਸ, B ਆਪਸ਼ਨ ਹੈਗੀ ਜੀ ਜ਼ੇਨਿਥ ਐਂਡ ਨਾਦਿਰ, C ਹੈਗੀ ਹੈ ਜੀ ਲੈਕਸਿਟੀ ਐਂਡ ਪ੍ਰੂਡੈਂਸ, ਤੇ ਡੀ ਹੈਗੀ ਸ਼ਾਰਟ ਸਾਈਟਡਨੈਸ ਤੇ ਅਪਸਰਜ। ਹੁਣ ਤੁਹਾਨੂੰ ਮੈਂ ਦੱਸ ਦਿੰਦਾ, ਜਿਹੜੇ ਵਰਡਸ ਨੇ ਦੋਨੇ ਮੈਂ ਪੈਰਾਗ੍ਰਾਫ ਦੇ ਵਿੱਚ ਯੈਲੋ ਕਲਰ ਦੇ ਵਿੱਚ ਮਾਰਕ ਕੀਤੇ ਹੋਏ ਨੇ। ਠੀਕ ਹੈ ਜੀ, ਪ੍ਰੋਵੀਡੈਂਸ ਤੇ ਕ੍ਰੈਸ਼ੈਂਡੋ, ਇਹਨਾਂ ਦੇ ਮੀਨਿੰਗ ਕੀ ਨੇ ਜੀ? ਪ੍ਰੋਵੀਡੈਂਸ ਤੇ ਕ੍ਰੈਸ਼ੈਂਡੋ ਦਾ ਮੀਨਿੰਗ ਹੈ ਜੀ ਨੇਮੇਸਿਸ ਤੇ ਅਪੈਕਸ, ਆਪਸ਼ਨ ਏ ਜਿਹੜੀ ਦਿੱਤੀ ਹੋਈ ਹੈ। ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਹੈ ਕਿ ਪ੍ਰੋਵੀਡੈਂਸ ਕੀ ਹੁੰਦਾ। ਪ੍ਰੋਵੀਡੈਂਸ ਆਪਾਂ ਇੱਕ ਉਸ ਨੂੰ ਕਹਿ ਦਿੰਦੇ ਆ ਕਿ ਜੋ ਹਰ ਚੀਜ਼ ਨੂੰ ਕੰਟਰੋਲ ਕਰਦਾ ਹੋਵੇ, ਆਪ ਦੇ ਵਿੱਚ ਕੀ ਹੈ ਤਾਕਤ ਰੱਖਦਾ ਹੋਵੇ ਹਰ ਚੀਜ਼ ਨੂੰ ਕੰਟਰੋਲ ਕਰਨ ਦੀ। ਜਿਵੇਂ ਆਪਾਂ ਕਹਿ ਦਈਏ ਕਿ ਗੋਡ ਨੂੰ ਪ੍ਰੋਵੀਡੈਂਸ ਕਹਿ ਸਕਦੇ ਹਾਂ। ਤੇ ਕ੍ਰੈਸ਼ੈਂਡੋ ਕੀ ਹੈ ਜੀ? ਕੋਈ ਚੀਜ਼ ਫੁੱਲ ਸਪੀਡ ਨਾਲ ਉੱਪਰ ਨੂੰ ਵੱਧ ਰਹੀ ਹੈ। ਠੀਕ ਹੈ ਜੀ, ਰੇਜ਼ ਕਰ ਰਹੀ ਹੈ। ਠੀਕ ਹੈ, ਤਾਂ ਉਹ ਪੂਰੀ ਫੁੱਲ ਸਪੀਡ ਨਾਲ ਉੱਪਰ ਚਲੀ ਗਈ। ਤਾਂ ਇੱਥੇ ਅਪੈਕਸ ਜਿਹੜਾ ਹੈਗਾ ਕ੍ਰੈਸ਼ੈਂਡੋ ਦਾ ਸਾਈਨੋਨੀਅਮ ਹੈ ਤੇ ਨੇਮੇਸਿਸ ਪ੍ਰੋਵੀਡੈਂਸ ਦਾ ਸਾਈਨੋਨੀਅਮ ਹੈ। ਦੋਨਾਂ ਦਾ ਮੀਨਿੰਗ ਸੇਮ ਨੇ ਆਪਸ ਦੇ ਵਿੱਚ, ਤਾਂ ਹੀ ਆਪਸ਼ਨ ਏ ਆਈ। ਨੈਕਸਟ ਗੱਲ ਕਰਦੇ ਹਾਂ ਆਪਾਂ ਸੈਕਿੰਡ ਕੁਐਸਚਨ ਦੀ। The passage has been adorned with numerous figures of speeches। ਹੁਣ ਜਿਹੜੀ ਇਹ ਚੀਜ਼ ਹੈ ਜੀ, ਇਹ ਬਹੁਤ ਹਾਈ ਲੈਵਲ ਤੇ ਚਲਾ ਜਾਂਦਾ ਕੰਮ। ਫਿਗਰਸ ਆਫ ਸਪੀਚਿਸ ਕੀ ਨੇ ਜੀ? ਸਪੀਚਿਸ, ਜਿਹੜੀ ਸਪੀਚ ਹੁੰਦੀ ਹੈ, ਜੋ ਆਪਾਂ ਕੋਈ ਗੱਲ ਕਹਿੰਦੇ ਆ, ਉਹਨਾਂ ਦਾ ਵੀ ਇੱਕ ਮੈਨਰ ਹੁੰਦਾ। ਠੀਕ ਹੈ ਜੀ, ਉਹ ਫਿਗਰਸ ਆਫ ਸਪੀਚਿਸ ਹੁੰਦੇ ਨੇ ਵੀ ਕਿਸ ਟਾਈਪ ਦੇ ਹੁੰਦੇ ਆ। 6 to 7 ਟਾਈਪਸ ਦੀਆਂ ਜਿਹੜੀਆਂ ਫਿਗਰਸ ਆਫ ਸਪੀਚਿਸ ਹੁੰਦੀਆਂ ਨੇ। ਠੀਕ ਹੈ ਜੀ, ਹੁਣ ਇਹਦੇ ਵਿੱਚ ਫਿਗਰਸ ਆਫ ਸਪੀਚਿਸ ਕੀ ਹੈ, ਕੰਪਰੀਹੈਂਸ਼ਨ ਦੇ ਵਿੱਚ ਯੂਜ਼ ਹੋਈਆਂ ਨੇ। ਠੀਕ ਹੈ, ਤਾਂ ਉਹ ਫਿਗਰਸ ਆਫ ਸਪੀਚਿਸ ਕੀ ਹੈ? ਅਡਾਰਨ ਮਤਲਬ ਕਿ ਯੂਜ਼ ਹੋਈਆਂ ਨੇ, ਇਹਦੇ ਵਿੱਚ ਯੂਜ਼ ਕੀਤੀਆਂ ਗਈਆਂ ਨੇ, ਅਪਣਾਈਆਂ ਗਈਆਂ ਨੇ। ਤੇ ਇਹਨਾਂ ਵਿੱਚੋਂ ਵੀ ਕਿਹੜਾ ਕੰਬੀਨੇਸ਼ਨ ਜਿਹੜਾ ਹੈਗਾ ਕਰੈਕਟ ਹੈ। ਹੁਣ ਜਿਹੜੀ ਇਹ ਫਿਗਰਸ ਨੇ, ਇਹ ਜਿਹੜੀ ਸਪੀਚਿਸ ਦੀ ਟਾਈਪਸ ਦਿੱਤੀਆਂ ਹੋਈਆਂ ਨੇ ਵੀ ਆਇਰਨੀ ਐਂਡ ਸਾਰਕਾਜ਼ਮ, ਇਹ ਟਾਈਪ ਹੈਗੀ।
ठीक है जी। ਤਾਂ ਹੁਣ ਇਹਦੇ ਵਿੱਚੋਂ ਆਪਣਾ ਸਹੀ ਆਨਸਰ ਪਿਕ ਆਊਟ ਕਰਨਾ ਹੈ ਵੀ ਕਿਹੜੀ ਟਾਈਪ ਦਾ ਕੰਬੀਨੇਸ਼ਨ ਇੱਥੇ ਯੂਜ਼ ਕੀਤਾ ਗਿਆ ਹੈਗਾ। ਠੀਕ ਹੈ, ਇੱਥੇ ਜਿਹੜਾ ਯੂਜ਼ ਹੋਇਆ ਜੀ ਉਹ ਹੋਇਆ ਥਰਡ ਟਾਈਪ ਦਾ, ਸਿਮਿਲੀ ਐਂਡ ਪਰਸੋਨੀਫਿਕੇਸ਼ਨ। ਸਮਾਈਲ ਨਹੀਂ ਹੈਗਾ ਜੀ ਇਹ ਸ਼ਬਦ, ਧੋਖਾ ਨਾ ਖਾ ਜਾਓ ਇਸ ਚੀਜ਼ ਤੋਂ। ਤਾਂ ਇਹ ਸ਼ਬਦ ਹੈਗਾ ਜੀ ਸਿਮਿਲੀ ਐਂਡ ਪਰਸੋਨੀਫਿਕੇਸ਼ਨ, ਆਪਸ਼ਨ C ਇਹਦਾ ਆਨਸਰ ਹੈ। ਹੁਣ ਮੈਂ ਤੁਹਾਨੂੰ ਦੱਸਦਾ ਪ੍ਰੋਪਰ ਇੱਕ ਲੋਕੇਸ਼ਨ ਦੇ ਨਾਲ ਮੈਂ ਤੁਹਾਨੂੰ ਐਕਸਪਲੇਨ ਕਰੂੰਗਾ ਕਿ ਸਿਮਿਲੀ ਤੇ ਪਰਸੋਨੀਫਿਕੇਸ਼ਨ ਜਿਹੜੀਆਂ ਫਿਗਰਸ ਨੇ ਇਹਨਾਂ ਦਾ ਮੀਨਿੰਗ ਕੀ ਹੈ। ਹੁਣ ਜਿਹੜੀ ਸਿਮਿਲੀ ਹੈ ਜੀ, ਸਿਮਿਲੀ ਦੇ ਮੈਂ ਸਪੈਲਿੰਗ ਅਲੱਗ ਤੋਂ ਤਾਂ ਲਿਖ ਰਿਹਾ ਤਾਂ ਕਿ ਤੁਹਾਨੂੰ ਫਿਰ ਕਲੀਅਰ ਹੋ ਜੇ ਅੱਛੀ ਤਰ੍ਹਾਂ। ਤਾਂ ਸਿਮਿਲੀ ਕੀ ਹੈ ਜੀ, ਸਿਮਿਲੀ ਹੁੰਦਾ ਹੈਗਾ ਜਦੋਂ ਕੋਈ ਚੀਜ਼ ਸਿਮਿਲਰ ਹੋਵੇ, ਆਪਾਂ ਜਦੋਂ ਕਿਸੇ ਗੱਲ ਦੇ ਵਿੱਚ ਕੰਪੈਰੀਜ਼ਨ ਕਰ ਰਹੇ ਹਾਂ ਵੀ ਹਾਂ ਇਹਨੇ ਉਹਦੇ ਵਾਂਗੂ ਕੀਤਾ ਜਾਂ ਇਹ ਚੀਜ਼ ਉਹਦੇ ਵਰਗੀ ਹੈਗੀ ਹੈ। ਠੀਕ ਹੈ ਜੀ, ਤਾਂ ਉਹ ਸਿਮਿਲਰ ਕਹਿ ਦਿੰਦੇ। ਫੋਰ ਐਗਜ਼ਾਮਪਲ ਆਪਾਂ ਕਹਿ ਸਕਦੇ ਹਾਂ ਕਿ ਯੂ ਲੁੱਕ ਲਾਈਕ ਯੂਅਰ ਬ੍ਰਦਰ, ਜਿੱਥੇ ਆ ਜੇ ਸ਼ਬਦ ਲਾਈਕ। ਠੀਕ ਹੈ ਜੀ, ਲਾਈਕ ਜਿਹੜਾ ਹੈਗਾ ਵੀ ਸਿਮਿਲਰ ਹੈ। ਠੀਕ ਹੈ, ਉੱਥੇ ਕੀ ਹੈ ਜੀ ਤੁਸੀਂ ਸਿਮਿਲੀ ਸਪੀਚ ਜਿਹੜੀ ਹੈਗੀ ਹੈ, ਫਿਗਰ ਆਫ ਸਪੀਚ ਉਹ ਯੂਜ਼ ਹੋ ਰਹੀ ਹੈਗੀ। ਤੇ ਇਹਦੀ ਐਗਜ਼ਾਮਪਲ ਆ ਪਈ ਹੈ ਜੀ, ਜਿਹੜਾ ਮੈਂ ਬਲੂ ਕਲਰ ਦੇ ਸਿਆਨ ਕਲਰ ਦੇ ਵਿੱਚ ਮਾਰਕ ਕੀਤੀਆਂ ਹੋਈਆਂ ਨੇ। ਅਲੱਗ-ਅਲੱਗ ਕਲਰਸ ਦੇ ਵਿੱਚ ਮੈਂ ਤਾਂ ਮਾਰਕ ਕੀਤੇ ਜੀ ਕਿਉਂਕਿ ਇਹ ਇਹਨਾਂ ਦਾ ਕੋਈ ਪ੍ਰੋਪਰ ਲੋਕੇਸ਼ਨ ਤੇ ਸੇਮ ਆਨਸਰ ਨਹੀਂ ਪਿਕ ਕਰਨੇ ਸੀ ਆਪਾਂ, ਬਟ ਇਹ ਰੈਫਰੈਂਸ ਲਈ ਮੈਂ ਮਾਰਕ ਕੀਤੇ ਹੋਏ ਨੇ। ਯੈਲੋ ਕਲਰ ਵਾਲਾ ਜਿਹੜਾ ਹੈਗਾ ਜੀ ਉਹ ਮੀਨਿੰਗ ਲਈ ਹੈ, ਜਿਹੜੇ ਵਰਡਸ ਦੇ ਮੀਨਿੰਗ ਕੀਤੇ ਆਪਾਂ। ਤੇ ਜਿਹੜਾ ਸਿਆਨ ਕਲਰ ਦੇ ਵਿੱਚ ਨੇ ਇਹ ਸੈਕੰਡ ਜਿਹੜੇ ਆਪਾਂ ਫਿਗਰਸ ਆਫ ਸਪੀਚ ਲਈ ਯੂਜ਼ ਕੀਤੇ ਆ। ਹੁਣ ਜਿਵੇਂ ਇੱਥੇ ਦੇਖ ਸਕਦੇ ਹੋ, ਮਿਓਲਡ ਬਿਟਰਲੀ ਐਂਡ ਰਿਜ਼ੈਂਟਫੁਲੀ ਐਜ਼ ਮੈਨ ਡਜ਼ ਇਨ ਦਾ ਫੇਸ ਆਫ ਫੋਰਬਿਡਿੰਗ ਪ੍ਰੋਵੀਡੈਂਸ। ਕੀ ਸੀਗਾ ਜੀ ਇੱਥੇ, ਹੀ ਹੈਡ ਆਫਨ ਲੁਕਡ ਵਿਦ ਵੰਡਰ ਐਟ ਦਾ ਰੌਕ। ਵੀ ਜਿਹੜੀ ਉਹ ਕੈਟ ਸੀ, ਇੱਥੇ ਜਿਹੜੀ ਹੀ ਹੈ ਜੀ ਉਹ ਕੈਟ ਹੈ ਕਿਉਂਕਿ ਗੱਲ ਕਹਾਣੀ ਸਾਰੀ ਇੱਕ ਬਿੱਲੀ ਦੀ ਚੱਲ ਰਹੀ ਹੈਗੀ। ਠੀਕ ਹੈ, ਉਹਦੇ ਬਿਹੇਵੀਅਰ ਦੀ ਚੱਲ ਰਹੀ ਹੈ। ਤਾਂ ਇੱਥੇ ਕੀ ਹੈ ਜੀ, ਉਹ ਪੱਥਰ ਤੇ ਬੜੇ ਅਚੰਭੇ ਨਾਲ, ਮਤਲਬ ਬੜੇ ਵੰਡਰ ਨਾਲ, ਹਨਾ ਕਹਿ ਦਈਏ ਹੈਰਾਨੀ ਨਾਲ ਦੇਖਦਾ ਰਹਿੰਦਾ ਸੀ ਜਿਹੜਾ ਉਹ ਬਿੱਲਾ ਸੀਗਾ, ਜੋ ਵੀ ਕੈਟ ਸੀ। ਤਾਂ ਉਹ ਕੀ ਸੀ, ਮਿਓਲਡ ਦਾ ਕੀ ਹੁੰਦਾ, ਮਿਓਲਡ ਜਿਹੜਾ ਉਹ ਮਿਆਉ ਕਰਦੇ ਨੇ ਉਹਨੂੰ ਆਪਾਂ ਮਿਓਲ ਕਹਿ ਦਿੰਦੇ ਹੈਗੇ। ਤੇ ਮਿਓਲਡ ਮਤਲਬ ਪਾਸਟ ਦੇ ਵਿੱਚ ਚਲੀ ਗਈ ਫਾਰਮ, ਪਾਰਟਿਸਿਪਲ ਫਾਰਮ ਚਲੀ ਗਈ ਇਹ ਪਾਸਟ ਦੀ। ਠੀਕ ਹੈ ਜੀ, ਬੜੀ ਉਹ ਕੜਵਾਹਟ ਨਾਲ ਕੀ ਸੀ, ਉਹ ਤੇ ਕੀ ਹੈ ਆਪਦੇ ਜਿਹੜੇ ਸੀਗਾ ਉਹ ਆਵਾਜ਼ ਕੱਢਦਾ ਹੁੰਦਾ ਸੀ, ਮਿਆਉ ਕਰਦਾ ਹੁੰਦਾ ਸੀਗਾ, ਸੇਮ ਜਿਵੇਂ ਇੱਕ ਇਨਸਾਨ ਕਰਦਾ ਹੁੰਦਾ ਗਾ ਜਦੋਂ ਉਹਨੂੰ ਕਿਸੇ ਚੀਜ਼ ਤੋਂ ਰੋਕਿਆ ਜਾਵੇ। ਠੀਕ ਹੈ ਜੀ, ਉਹਨੂੰ ਜਦੋਂ ਕਿਸੇ ਚੀਜ਼ ਤੋਂ ਰੋਕਿਆ ਜਾਵੇ। ਪ੍ਰੋਵੀਡੈਂਸ ਇੱਥੇ ਕਿਉਂ ਯੂਜ਼ ਕੀਤਾ ਗਿਆ, ਪ੍ਰੋਵੀਡੈਂਸ ਦੇ ਵਿੱਚ ਪਾਵਰ ਆ ਉਹਨੂੰ ਰੋਕਣ ਦੀ। ਠੀਕ ਹੈ, ਤਾਂ ਇਨਸਾਨ ਜਦੋਂ ਆਪਾਂ ਕਿਸੇ ਬੱਚੇ ਨੂੰ ਕਿਸੇ ਚੀਜ਼ ਤੋਂ ਰੋਕਦੇ ਹਾਂ ਤਾਂ ਉਹ ਮੂੰਹ ਬਣਾ ਲੈਂਦਾ ਹੈ, ਗੁੱਸਾ ਕਰਦਾ ਹੈ, ਖਿੱਚਦਾ ਹੈ। ਤਾਂ ਸੇਮ ਚੀਜ਼ ਇੱਥੇ ਕੰਪੈਰੀਜ਼ਨ ਕੀਤਾ ਹੈਗਾ, ਲਾਈਕ ਮਤਲਬ ਸਿਮਿਲਰ ਹੋ ਗਿਆ। ਤਾਂ ਇੱਥੇ ਸਿਮਿਲੀ ਜਿਹੜਾ ਹੈਗਾ ਫਿਗਰ ਆਫ ਸਪੀਚ ਹੈ। ਗੱਲ ਕਰਦੇ ਹੁਣ ਪਰਸੋਨੀਫਿਕੇਸ਼ਨ ਦੀ। ਪਰਸੋਨੀਫਿਕੇਸ਼ਨ ਕੀ ਹੁੰਦਾ ਹੈਗਾ, ਜਿੱਥੇ ਕੋਈ ਐਬਸਟਰੈਕਟ ਦੀ ਆਪਾਂ ਗੱਲ ਕਰੀਏ, ਹਨਾ ਕੋਈ ਐਬਸਟਰੈਕਟ ਕੁਆਲਿਟੀ ਆਪਾਂ ਦੱਸ ਰਹੇ ਕਿਸੇ ਚੀਜ਼ ਦੀ। ਠੀਕ ਹੈ, ਫॉर एग्जांपल ਕਿ ਜਿਵੇਂ ਇੱਥੇ ਇੱਕ ਮੈਂ ਤੁਹਾਨੂੰ ਦੱਸਦਾ ਜਿਹੜੀ ਮੈਨੂੰ ਰੈਫਰੈਂਸ ਮਿਲੀ ਕਿ the snow was falling and the cat's fur was stiffly pointed with it। ਕਿ ਜਿਹੜੀ ਬਰਫ਼ ਸੀ ਉਹ ਗਿਰ ਰਹੀ ਸੀ ਤੇ ਜਿਹੜਾ ਕੈਟ ਜਿਹੜੀ ਉਹ ਸੀਗੀ ਉਹਦਾ ਜਿਹੜਾ ਫਰ ਸੀ, ਹਨਾ ਉਹਦਾ ਜਿਹੜਾ ਫਰ ਸਾਰੀ ਬਾਡੀ ਜਿਹੜੇ ਉੱਪਰ ਵਾਲ ਹੁੰਦੇ ਨੇ ਉਹਨੂੰ ਆਪਾਂ ਫਰ ਕਹਿ ਦਿੰਦੇ ਆ। ਠੀਕ ਹੈ, ਉਹ ਕੀ ਸੀਗੇ ਜੀ, ਉਹ ਪੁਆਇੰਟਡ ਹੋ ਗਏ ਸੀ ਉਹਦੇ ਨਾਲ, ਸਨੋ ਨਾਲ, ਕਿਉਂਕਿ ਠੰਡ ਦੇ ਵਿੱਚ ਕੀ ਹੈ ਜੀ ਆਕੜ ਜਾਂਦੇ ਆ, ਹਨਾ ਥੋੜਾ ਜਿਹਾ ਸਟਿਫ ਹੋ ਜਾਂਦੇ ਹੈਗੇ। ਠੀਕ ਹੈ, ਤਾਂ ਇੱਥੇ ਕੀ ਹੈਗਾ ਕਿ ਮਤਲਬ ਉਹ ਕੁਆਲਿਟੀ ਦੱਸ ਰਹੇ ਹੈਗੇ। ਠੀਕ ਹੈ, ਕਿਸੇ ਚੀਜ਼ ਕਰਕੇ, ਸਨੋ ਕਰਕੇ ਉਹ ਚੇਂਜ ਆ ਗਿਆ, ਤਾਂ ਉਹ ਕੀ ਹੈ ਜੀ ਇੱਕ ਐਬਸਟਰੈਕਟ ਦੱਸ ਰਿਹਾ, ਇੱਕ ਕੁਆਲਿਟੀ ਦੱਸ ਰਹੇ ਹੈਗੇ। ਤਾਂ ਇਹ ਪਰਸੋਨੀਫਿਕੇਸ਼ਨ ਵਾਲੀ ਸਪੀਚ ਆ ਜਾਂਦੀ ਹੈ। ਤੇ ਦੋ ਸਪੀਚਿਸ ਦੀ ਰੈਫਰੈਂਸ ਇੱਥੇ ਦਿੱਤੀ ਹੋਈ ਹੈ। ਤਾਂ ਇਹਦਾ ਆਨਸਰ ਆਪਸ਼ਨ ਸੀ ਇਸ ਲਈ ਆਇਆ ਕਿ ਸਿਮਿਲੀ ਤੇ ਪਰਸੋਨੀਫਿਕੇਸ਼ਨ ਜਿਹੜੀ ਸਪੀਚਿਸ ਨੇ ਇਹ ਯੂਜ਼ ਹੋਈਆਂ ਨੇ। ਸਿਮਿਲੀ ਜਿਹੜੀ ਹੈਗੀ ਉਹ ਜਦੋਂ ਕੋਈ ਸਿਮਿਲਰ ਹੋਵੇ ਤੇ ਪਰਸੋਨੀਫਿਕੇਸ਼ਨ ਜਦੋਂ ਐਬਸਟਰੈਕਟ ਦੀ ਗੱਲ ਹੋਵੇ। ਠੀਕ ਹੈ ਜੀ, ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਐਂਡ ਥਰਡ ਕੁਐਸਚਨ ਦੀ ਹੁਣ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਪੈਸੇਜ ਹੈ, ਦਾ ਪੈਸੇਜ ਬੈਸਟ ਡੈਮੋਸਟ੍ਰੇਟਸ which one of the following motives of cat's life। ਵੀ ਜਿਹੜੀ ਉਹ ਕੈਟ ਸੀ ਉਹਦੀ ਲਾਈਫ ਦਾ ਕੀ ਜਿਹੜਾ ਸੀਗਾ, ਵੀ ਉਹਦੀ ਲਾਈਫ ਦਾ ਕੀ ਨਿਕਲਦਾ ਸਿੱਟਾ, ਕਿ ਇਹ ਜਿਹੜਾ ਪੈਸੇਜ ਪੂਰਾ ਦਿੱਤਾ ਹੋਇਆ ਉਹ ਕੀ ਦੱਸ ਰਿਹਾ ਵੀ ਕੈਟ ਦੀ ਜਿਹੜੀ ਲਾਈਫ ਸੀ ਉਹ ਕੀ ਸੀ, ਕੀ ਕਰਦਾ ਰਹਿੰਦਾ, ਕੀ ਉਹਦਾ ਮਤਲਬ ਆਪਾਂ ਕਹਿ ਦਈਏ ਵੀ ਮਕਸਦ ਰਹਿੰਦਾ ਸੀ ਹਰ ਵੇਲੇ। ਠੀਕ ਹੈ, ਤੇ ਇਹਦਾ ਆਨਸਰ ਬਹੁਤ ਈਜ਼ੀ ਸੀਗਾ। ਹੁਣ ਦੇਖੋ ਇਹਦੇ ਵਿੱਚ ਆਪਸ਼ਨਸ ਕੀ ਨੇ। ਪਹਿਲੀ ਆਪਸ਼ਨ ਹੈ ਕਿ ਟੂ ਸੈਟੀਸਫਾਈ ਦਾ ਪੈਂਗਸ ਆਫ ਹੰਗਰ, to survive the harsh winters,
a never ending wait and to hunt for rabbit। ਮਤਲਬ ਕਿ ਉਹ ਆਪਦੀ ਜਿਹੜੀ ਭੁੱਖ ਸੀ ਉਹਨੂੰ ਮਿਟਾਉਣਾ ਚਾਹੁੰਦੀ ਸੀ, ਜਾਂ ਜਿਹੜੀ ਹਾਰਸ਼ ਵਿੰਟਰ ਹੈ, ਜਿਹੜੀ ਸਰਦੀ ਹੈ, ਕੜਾਕੇ ਦੀ ਸਰਦੀ ਹੈ, ਉਹ ਸਰਵਾਈਵ ਕਰਨਾ ਸੀ ਉਹਦਾ ਮਕਸਦ, ਜਾਂ ਉਹਦੀ ਜਿਹੜੀ ਵੇਟ ਆ ਕਦੇ ਵੀ ਖਤਮ ਨਹੀਂ ਹੋ ਰਹੀ ਸੀ, ਜਾਂ ਉਹ ਨੈਵਰ ਐਂਡਿੰਗ ਵੇਟ, ਉਹਦੀ ਲਾਈਫ ਜਿਹੜੀ ਸੀਗੀ ਉਹਦੀ ਵੇਟ ਹੀ ਨਹੀਂ ਮੁੱਕਦੀ ਸੀ, ਜਾਂ ਫਿਰ ਉਹ ਕੀ ਸੀ, ਇੱਕ ਖਰਗੋਸ਼ ਨੂੰ ਹੰਟ ਕਰਨਾ ਚਾਹੁੰਦੀ ਸੀ। ਹੁਣ ਇੱਥੇ ਆਪਸ਼ਨ ਸੀ ਆਇਆ। ਕਿਉਂ ਆਇਆ ਜੀ? ਕਿਉਂਕਿ ਜਦੋਂ ਤੁਸੀਂ ਪੂਰਾ ਪੈਸੇਜ ਪੜ੍ਹ ਲਿਆ ਹੋਊਗਾ, ਸਟਾਰਟਿੰਗ ਦੇ ਵਿੱਚ ਸਕਿਮਿੰਗ ਕਰ ਲਈ ਹੋਊਗੀ, ਠੀਕ ਹੈ ਜੀ, ਤਾਂ ਦੇਖੋ ਉੱਥੇ ਕੀ ਹੈ, ਸਟਾਰਟਿੰਗ ਦੇ ਵਿੱਚ ਪਹਿਲਾਂ ਹੀ ਇੱਕ ਆਂਦਾ ਕਿ he had sat for hours, it was night but that made no difference, all times were as one to the cat when he was in wait for prey। ਮਤਲਬ ਉੱਥੇ ਘੰਟਿਆਂ ਲਈ ਉਹ ਬੈਠਾ ਰਿਹਾ, ਰਾਤ ਹੋਣ ਦੇ ਬਾਵਜੂਦ ਉਹਨੂੰ ਕੋਈ ਫਰਕ ਨਹੀਂ ਪਿਆ, ਕਿਉਂਕਿ ਉਹਦੇ ਵਾਸਤੇ ਸਾਰੇ ਸਮੇਂ ਇੱਕੋ ਹੀ ਹੋ ਜਾਂਦੇ ਸੀ ਜਦੋਂ ਉਹ ਆਪਦੇ ਸ਼ਿਕਾਰ, ਪ੍ਰੇ ਨੂੰ ਆਪਾਂ ਸ਼ਿਕਾਰ ਕਹਿ ਦਿੰਦੇ ਆ, ਉਹਦੇ ਲਈ ਉਹ ਇੰਤਜ਼ਾਰ ਕਰਦਾ ਸੀ। ਉਸ ਤੋਂ ਬਾਅਦ ਇੱਕ ਹੋਰ ਦੱਸ ਦਿੰਦਾ ਹੈਗਾ, ਰੈੱਡ ਦੇ ਵਿੱਚ ਸਾਰੇ ਮੈਂ ਵੇਟ ਵਾਲੇ ਹੀ ਮਾਰਕ ਕੀਤੇ ਹੋਏ ਨੇ ਵੀ ਉਹਨੇ ਵੇਟ ਹੀ ਕੀਤੀ ਹੈ, ਨਿਰੀ ਹੋਰ ਕੁਝ ਵੀ ਨਹੀਂ ਕੀਤਾਗਾ, ਹਰੇਕ ਚੀਜ਼ ਲਈ ਉਹਦੇ ਸਬਰ ਰਿਹਾ, ਠੀਕ ਹੈ ਜੀ। Then the cat's long hunt had availed him nothing, but he waited with the inconceivable patience and persistency। ਮਤਲਬ ਵੀ ਉਹਨੂੰ ਇੰਨਾ ਜਿਹੜਾ ਲੰਮਾ ਟਾਈਮ ਵੇਟ ਕਰਕੇ ਮਿਲਿਆ ਤਾਂ ਕੁਝ ਹੈ ਨਹੀਂ ਸੀ, ਮਤਲਬ ਸ਼ਿਕਾਰ ਤੇ ਨਿਕਲੇ ਨੂੰ ਇੰਨਾ ਟਾਈਮ ਹੋ ਗਿਆ ਸੀ, ਪਰ ਫਿਰ ਵੀ ਉਹਨੇ ਵੇਟ ਕੀਤਾ ਬੜੇ ਹੀ ਸਹਿਜ ਸੁਭਾਅ ਨਾਲ, ਸਬਰ ਨਾਲ, ਤੇ ਬਿਨਾਂ ਕੋਈ ਵਿੱਚ ਰੋਕ ਟੋਕ ਦੇ। ਪਰਸਿਸਟੈਂਸੀ ਆਪਾਂ ਕਹਿ ਦਿੰਦੇ ਵੀ, ਆਪਾਂ ਕਹਿ ਦਈਏ ਵੀ ਚਲ ਠੀਕ ਹੈ ਕੋਈ ਨਾ, ਘੰਟਾ ਹੁਣ ਉਡੀਕ ਲਿਆ, ਚਲ 2 ਘੰਟੇ, ਫਿਰ ਉਹ ਕੰਮ ਨਹੀਂ, ਲਗਾਤਾਰ, ਠੀਕ ਹੈ। ਫਿਰ ਉਸ ਤੋਂ ਬਾਅਦ ਇੱਕ ਹੋਰ ਇੱਥੇ ਰੈਫਰੈਂਸ ਉਹਨੂੰ ਮਿਲ ਜੂ ਕਿ he waited still in the white night, ਠੀਕ ਹੈ, ਉਹਨੇ ਹੋਰ ਵੀ ਵੇਟ ਕੀਤੀ ਅੱਗੇ ਰਾਤਾਂ ਤੱਕ। then ਫਿਰ ਇੱਕ ਰੈਫਰੈਂਸ ਹੋਰ ਪਈ ਹੈ, so the cat waited। ਇੱਥੇ ਵੀ ਤੁਹਾਨੂੰ ਜੇ ਤੁਸੀਂ 2-3 ਲਾਈਨਸ ਪੜੋਗੇ ਪਤਾ ਲੱਗ ਜੂਗਾ ਕਿ ਰੈਬਿਟ ਲਈ ਵੇਟ ਕਰ ਰਿਹਾ ਸੀ ਉਹ, ਠੀਕ ਹੈ ਜੀ। ਲਾਸਟ ਤੇ ਵੀ ਇਹੀ ਲਿਖਿਆ ਹੋਇਆ ਵੀ ਕਹਿੰਦੇ ਉਹ ਰੈਬਿਟ ਕਰਕੇ ਕੀ ਹੈ ਜੀ, ਵੇਟ ਕਰ ਰਿਹਾ ਸੀ। ਮਤਲਬ ਉਹਨੇ ਆਲ ਓਵਰ ਪੈਸੇਜ ਕੀ ਕਹਿ ਰਿਹਾ ਭਾਈ, ਕੈਟ ਨੇ ਸਿਰਫ ਵੇਟ ਕੀਤੀ, ਬਹੁਤ ਵੇਟ ਕੀਤੀ, ਜਿਹੜੀ ਖਤਮ ਹੋਣ ਤੇ ਨਹੀਂ ਆ ਰਹੀ ਸੀ, ਸਿਰਫ ਇੱਕ ਆਪਦੇ ਸ਼ਿਕਾਰ ਦੀ ਖਾਤਰ, ਠੀਕ ਹੈ ਜੀ। ਤਾਂ ਇਹਦਾ ਆਨਸਰ ਕੀ ਹੈ ਜੀ? ਆਨਸਰ ਆਊਗਾ ਸੀ, ਕਿ ਉਹਦੀ ਜਿਹੜੀ ਨੈਵਰ ਐਂਡਿੰਗ ਵੇਟ ਜਿਹੜਾ ਹੈਗਾ ਉਹ ਦੱਸ ਰਿਹਾ ਪੈਸੇਜ ਵੀ ਉਹਦੀ ਭਾਈ ਵੇਟ ਖਤਮ ਹੀ ਨਹੀਂ ਹੋ ਰਹੀ। ਨੈਕਸਟ ਆਪਾਂ ਗੱਲ ਕਰਦੇ ਹਾਂ ਕੁਐਸਚਨ ਦੀ ਕਿ the author's description of, ਇਦਾਂ ਦੇ ਕੁਐਸਚਨ ਆ ਜਾਂਦੇ ਨੇ, ਕਈ ਵਾਰੀ ਈਜ਼ੀ ਵੀ ਹੁੰਦੇ ਨੇ ਤੇ ਹੁੰਦੇ ਈਜ਼ੀ ਨੇ ਜੇ ਸਮਝ ਲੈਣੇ ਹੋ ਈਜ਼ੀ ਤਰੀਕੇ ਨਾਲ, ਕਿ author's description ਵੀ author ਕੀ ਕਹਿਣਾ ਚਾਹੁੰਦਾ ਇੱਥੇ ਕਿ he was under no constraint of human will for he was living alone implies। ਮਤਲਬ ਜਿਹੜੇ author ਨੇ ਆਹ ਗੱਲ ਕਹੀ ਹੈ, ਡਿਸਕ੍ਰਾਈਬ ਕੀਤੀ ਹੈ, ਇਹਦਾ ਕੀ ਮਤਲਬ ਹੈ? ਪਹਿਲੀ ਆਪਸ਼ਨ ਹੈਗੀ ਜੀ cats absolute freedom from everything, cats no association with human beings, third ਹੈਗੀ cats loneliness, ਤੇ cats tyrannical demeanor। ਕਿ ਜਿਹੜੀ ਕੈਟ ਹੈਗੀ ਮਤਲਬ ਉਹ ਕੀ ਹੈਗੀ ਵੀ ਜਾਂ ਤਾਂ ਉਹਨੂੰ ਆਜ਼ਾਦੀ ਹੈ ਹਰ ਚੀਜ਼ ਤੋਂ, ਜਾਂ ਉਹਦਾ ਹਿਊਮਨ ਬੀਇੰਗਸ ਨਾਲ, ਇਨਸਾਨਾਂ ਨਾਲ ਕੋਈ ਲਾਗਾ ਤੇਗਾ ਨਹੀਂਗਾ, ਕੋਈ ਲੈਣਾ ਦੇਣਾ ਨਹੀਂਗਾ, ਕੋਈ ਲਿੰਕ ਨਹੀਂ ਹੈਗਾ। ਕੈਟ ਦੀ ਜਿਹੜੀ ਹੈਗੀ ਆ ਦੋਨੇ ਆਪਸ਼ਨਸ ਆ ਮਿਲਦੀਆਂ ਜੁਲਦੀਆਂ ਨੇ ਕਿ ਉਹ ਬਿਲਕੁਲ ਇਕੱਲੀ ਹੈਗੀ, ਠੀਕ ਹੈ। ਤੇ ਟੈਰੈਨਿਕਲ ਡੈਮੀਨੋਰ ਜਿਹੜਾ ਹੈਗਾ ਇਹਦਾ ਮਤਲਬ ਹੈਗਾ ਕਿ ਉਹ ਆਪਦੇ ਮਨਮਰਜ਼ੀ ਵਗੈਰਾ ਕਰਦੀ ਸੀ। ਤਾਂ ਜਿਹੜੀ ਇਹਦਾ ਆਨਸਰ ਹੈ ਆਪਸ਼ਨ ਸੀ ਆਇਆ। ਕਦੇ ਵੀ ਇਹ ਨਾ ਕੋਸ਼ਿਸ਼ ਕਰਿਓ ਵੀ ਕੁਐਸਚਨ ਦੇ ਵਿੱਚ ਜੇ ਤੁਹਾਡੇ ਕੋਲ ਸਟੇਟਮੈਂਟ ਦਿੱਤੀ ਹੋਈ ਹੈ ਉੱਥੋਂ ਪੜ੍ਹਿਆ ਤੇ ਉਹਦਾ ਮੀਨਿੰਗ ਕੱਢਣ ਦੀ ਕੋਸ਼ਿਸ਼ ਕੀਤੀ, that will be wrong। ਤੁਸੀਂ ਜਾਓ ਆਪਣੇ ਪੈਸੇਜ ਦੇ ਵਿੱਚ, ਉੱਥੇ ਉਹ ਲੋਕੇਸ਼ਨ ਦੇਖੋ ਕਿ ਉਹ ਮਿਲਦੀ ਹੈ ਤੁਹਾਨੂੰ। ਆ ਪਈ ਹੈ ਜੀ 4th ਕੁਐਸਚਨ ਦੀ ਲੋਕੇਸ਼ਨ ਕਿ he was under no constraint of human will, ਸੇਮ ਤੁਹਾਨੂੰ ਆਪਸ਼ਨ ਮਿਲ ਗਈ। for he was living alone that winter, nowhere in the world was any voice calling him। ਠੀਕ ਹੈ ਜੀ, ਮਤਲਬ ਕੀ ਹੈ ਜੀ ਕਿ ਜਿਹੜਾ ਉਹ ਕੈਟ ਸੀ, ਠੀਕ ਹੈ, ਉਹ ਤਾਂ ਨਾ ਤਾਂ ਕਿਸੇ ਹਿਊਮਨ ਵਿਲ ਦੇ ਅੰਡਰ ਸੀ ਵੀ ਨਾ ਤਾਂ ਕਿਸੇ ਇਨਸਾਨ ਦੇ ਅੰਡਰ ਸੀ, ਕੋਈ ਪਾਲਤੂ ਨਹੀਂ ਸੀ, ਠੀਕ ਹੈ ਜੀ। ਉਹ ਉਸ ਸਰਦੀਆਂ ਦੇ ਵਿੱਚ ਇਕੱਲਾ ਰਹਿ ਰਿਹਾ ਸੀ, ਪਲੱਸ ਉਹਨੂੰ ਬੁਲਾਉਣ ਵਾਲੀ ਕੋਈ ਵੀ ਆਵਾਜ਼ ਨਹੀਂ ਸੀ ਵੀ ਭਾਈ ਆ ਜਾ ਤੇਰੀ ਡਿਸ਼ ਬਣੀ ਪਈ ਹੈ, ਖਾਣਾ ਬਣਿਆ ਪਿਆ, ਆ ਕੇ ਖਾ ਲਾ ਗਰਮ ਗਰਮ, ਠੀਕ ਹੈ ਜੀ। ਹਰ ਤਾਂ ਮਤਲਬ ਇਹ ਆ ਜਾਂਦਾ, ਇੱਕ ਫਰੇਜ਼ ਦੀ ਤਰ੍ਹਾਂ ਯੂਜ਼ ਕੀਤਾ ਗਿਆ ਇੱਥੇ ਇਹਨੂੰ,
ठीक है जी। मतलब की है इत्थों मतलब तुसी हुण इत्थे की करना जिवें मैं तुहानूं दस्सिया सी एनालाइज करके निचोड़ कढ के सिट्टा कढ के तुसी ऑप्शन लगाउणी है भी इत्थों निचोड़ की निकलदा है भी जिहड़ा वो कैट सी वो इकल्ला सी कल्ला तां फिर इक्को ही आ जांदा जी लोनलीनेस। ठीक है जी अलोन तो जिहड़ा ये हैगा गा वर्ड बनदा लोनलीनेस मतलब की है भी ਉਹਦਾ ਜਿਹੜਾ ਇਕੱਲਾਪਨ ਇੱਕ ਕੈਟ ਦਾ ਜਿਹੜਾ ਅਲੋਨ ਦਾ ਮਤਲਬ ਹੁੰਦਾ ਇਕੱਲਾ ਤੇ ਲੋਨਲੀਨੈਸ ਦਾ ਹੁੰਦਾ ਇਕੱਲਾਪਨ ਮਤਲਬ ਜਿਹੜਾ ਉਹ ਕੈਟ ਸੀ ਉਹਦਾ ਇਕੱਲਾਪਨ ਦਰਸਾਉਂਦੀ ਹੈ ਆਹ ਸੈਂਟੈਂਸ ਜਿਹੜਾ ਹੈਗਾ ਉਹਦੇ ਇਕੱਲਾਪਨ ਦਰਸਾ ਰਿਹਾ ਠੀਕ ਹੈ ਜੀ ਸੇਮ ਫਿਫਥ ਕੁਐਸਚਨ ਹੈ ਕਿ ਦ ਲਾਈਨਸ ਕਿਹੜੀਆਂ ਲਾਈਨਸ ਜੀ ਬਟ ਹੀ ਨੈਵਰ ਫਾਲਟਰਡ ਐਂਡ ਨੈਵਰ ਵਨਸ ਕਰਾਈਡ he had nothing to gain from crying and everything to lose suggest that the cat is ਵੀ ਮਤਲਬ ਕੀ ਹੈ ਜੀ ਇੱਥੇ ਕਿ ਜਿਹੜੀਆਂ ਲਾਈਨਸ ਨੇ ਇਹਨਾਂ ਦਾ ਕੀ ਜਿਹੜਾ ਹੈਗਾ मीनिंग निकलता भी कैट बारे की दसना चाहते भी कैट की है इन्हां लाइन तो की पता लगता भी एक कैट की है वो तो पहले आप लाइनस नूं पढ़ांगे चंगी तरह कि कित्थे ने ये इत्थे तुहानूं मिल जांदी है जी लोकेशन आके कि बट ही नैवर फाल्टर्ड एंड नैवर वंस क्राइड भी ना तो उन्हें सी वट्टी ते ना ही उन्हें चीक मारी क्यों नहीं मारी सी क्योंकि उत्थे की होया सी it was as if ice needles pricked his skin through his beautiful thick fur ਵੀ ਜਿਹੜੇ ਕੀ ਹੈ ਵੀ ਉੱਥੇ ਜਿਹੜੀ ਉਹ ਆਈਸ ਨੀਡਲਸ ਜਿਹੜੀ ਜਦੋਂ ਆਪਾਂ ਗੱਲ ਕਰਦੇ ਬਰਫ਼ ਜੰਮੀ ਹੁੰਦੀ ਹੈ ਕਈ ਵਾਰੀ ਆਪਾਂ ਕਿਸੇ ਗੁਫਾ ਦੇ ਵਿੱਚ ਦੇਖੋਗੇ ਕਦੇ ਵੀ ਜਿਹੜੀ ਬਰਫ਼ ਹੁੰਦੀ ਉਹ ਨੀਚੇ ਜਦੋਂ ਜੰਮੀ ਹੁੰਦੀ ਹੈ ਉਹ ਨੀਡਲਸ ਦੇ ਵਾਂਗੂ ਤਿੱਖੀ ਹੁੰਦੀ ਹੈਗੀ ਤਿੱਖੀ ਹੋ ਜਾਂਦੀ ਹੈ ਕੋਨ ਟਾਈਪ ਬਣ ਜਾਂਦੀ ਹੈਗੀ ਉਹ ਤਾਂ ਕੀ ਸੀ ਉਹਦੇ ਫਰ ਵਿੱਚ ਦੀ ਜਦੋਂ ਚੁੱਭੀ ਤਾਂ ਉਹਨੇ ਬਿਲਕੁਲ ਵੀ ਦਰਦ ਜ਼ਾਹਿਰ ਨਹੀਂ ਕੀਤਾ ਆਪਦਾ ਕਿਉਂਕਿ ਉਹਨੂੰ ਦਰਦ ਜ਼ਾਹਿਰ ਕਰਨ ਤੋਂ ਕੁਝ ਨਹੀਂ ਮਿਲਣਾ ਸੀ ਹੈ ਹੈਡ ਨਥਿੰਗ ਟੂ ਗੇਨ ਫਰੋਮ ਕਰਾਈਂਗ ਉਹਨੂੰ ਰੋ ਰੋ ਕੇ ਜਾਂ ਚੀਕਾ ਦਰਦ ਜ਼ਾਹਿਰ ਕਰਕੇ ਕੁਝ ਨਹੀਂ ਮਿਲਣਾ ਸੀਗਾ ਸਿਵਾਏ ਖੋਣ ਦੇ ਉਹਨੇ ਖੋਣਾ ਹੀ ਸੀਗਾ ਕੁਝ ਨਾ ਕੁਝ ਕਿਉਂ ਕਿਉਂਕਿ ਦ ਰੈਬਿਟ ਵੁੱਡ ਹੀਅਰ ਹਿਮ ਕਰਾਈ ਐਂਡ ਨੋ ਹੀ ਵਾਸ ਵੇਟਿੰਗ ਵੀ ਜਿਹੜਾ ਰੈਬਿਟ ਹੈ ਉਹਨੂੰ ਸੁਣ ਲੈਂਦਾ ਚੀਕ ਮਾਰਦੇ ਨੂੰ ਤੇ ਉਹਨੂੰ ਪਤਾ ਲੱਗ ਜਾਂਦਾ ਵੀ ਇੱਥੇ ਕੋਈ ਕੈਟ ਵੇਟ ਕਰ ਰਿਹਾ ਤਾਂ ਰੈਬਿਟ ਨੇ ਉੱਥੇ ਸਾਹਮਣੇ ਆਉਣਾ ਹੀ ਨਹੀਂ ਸੀ ਹੁਣ ਉਹ ਸ਼ਿਕਾਰ ਤੇ ਸੀ ਕੈਟ ਤਾਂ ਉਹਦਾ ਕੀ ਸੀਗਾ ਵੀ ਨਹੀਂ ਕੋਈ ਨਾ ਮੈਂ ਦਰਦ ਝੱਲੂ ਠੀਕ ਹੈ ਸਿਰਫ ਕਿਸ ਖਾਤਰ ਇੱਕ ਪ੍ਰੇ ਦੀ ਖਾਤਰ ਠੀਕ ਹੈ ਜੀ ਤਾਂ ਇਹਦਾ ਕੀ ਦਰਸਾਉਂਦਾ ਵੀ ਕੈਟ ਕੀ ਹੈ ਜੀ ਰੈਜ਼ੀਲੀਐਂਟ ਰੈਜ਼ੀਲੀਐਂਟ ਦਾ ਮਤਲਬ ਵੀ ਇਹ ਹੁੰਦਾ ਹੈਗਾ ਹੁਣ ਇੱਥੇ ਜੇ ਤੁਹਾਨੂੰ ਵੋਕੈਬਲਰੀ ਉਹੀ ਆ ਜਾਂਦੀ ਹੈ ਗੱਲ ਜੇ ਤੁਹਾਨੂੰ ਮੀਨਿੰਗ ਪਤਾ ਹੋਊਗਾ ਤਾਂ ਹੀ ਇੱਥੇ ਕੀ ਹੈ ਤੁਸੀਂ ਆਨਸਰ ਲਗਾ ਪਾਓਗੇ ਵੀ ਰੈਜ਼ੀਲੀਐਂਟ ਦਾ ਮਤਲਬ ਕੀ ਹੁੰਦਾ ਹੈਗਾ ਕਿ ਕਿਸੇ ਵੀ ਚੀਜ਼ ਨੂੰ ਸਹਿਣ ਕਰ ਲੈਣਾ ਕਿਸੇ ਵੀ ਦਰਦ ਨੂੰ ਕਿਸੇ ਵੀ ਦੁੱਖ ਨੂੰ ਸਹਿਣ ਕਰ ਲੈਣਾ ਈਜ਼ੀਲੀ ਠੀਕ ਹੈ ਜੀ ਉਹ ਪਰਸਨ ਨੂੰ ਆਪਾਂ ਰੈਜ਼ੀਲੀਐਂਟ ਕਹਿ ਦਿੰਦੇ ਆ ਰਿਫਲੈਕਟਿਵ ਦਾ ਮਤਲਬ ਹੁੰਦਾ ਹੈਗਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਮੈਂ ਇੱਕ ਸ਼ੀਸ਼ਾ ਜਿਹੋ ਜਿਹਾ ਤੂੰ ਹੋਏਗਾ ਉਹੋ ਜਿਹਾ ਮੈਂ ਬਣ ਜਾਊਂਗਾ ਉਹ ਰਿਫਲੈਕਟਿਵ ਪਰਸਨੈਲਿਟੀ ਹੁੰਦੀ ਹੈ ਅਪੋਲੋਜੈਟਿਕ ਪਰਸਨੈਲਿਟੀ ਹੁੰਦੀ ਹੈ ਜਿਹੜੀ ਕਿ ਹਰ ਵੇਲੇ ਮਾਫੀ ਮੰਗਣ ਵਾਲੀ ਹੋਵੇ ਠੀਕ ਹੈ ਰੈਜ਼ੀਲੀਐਂਟ ਪਰਸਨੈਲਿਟੀ ਹੁੰਦੀ ਹੈ ਵੀ ਜਿਹਨੂੰ ਕੋਈ ਦੁੱਖ ਦਰਦ ਤੇ ਜ਼ਿਆਦਾ ਉਹ ਰਿਐਕਟ ਨਾ ਕਰਦਾ ਹੋਵੇ ਸਟਰੋਂਗ ਹੋਵੇ ਤੇ ਫਰਸਟ੍ਰੇਸ਼ਨ ਹੁੰਦੀ ਹੈ ਫਰਸਟ੍ਰੇਸ਼ਨ ਪਰਸਨੈਲਿਟੀ ਜਿਹੜੀ ਹੁੰਦੀ ਹੈਗੀ ਉਹ ਖਿਜਿਆ ਰਹਿਣ ਵਾਲੀ ਤਾਂ ਇਹਦਾ ਜਿਹੜਾ ਆਨਸਰ ਹੈ ਉਹ ਆਊਗਾ ਜੀ ਰੈਜ਼ੀਲੀਐਂਟ ਆਪਸ਼ਨ ਸੀ ਆਈ ਹੋਪ ਕਿ ਤੁਹਾਨੂੰ ਜਿਹੜਾ ਅੱਜ ਦਾ ਇਹ ਪੈਰਾਗ੍ਰਾਫ ਹੈਗਾ ਜਾਂ ਕੰਪਰੀਹੈਂਸ਼ਨ ਜਿਹੜਾ ਮੈਂ ਕਰਵਾਇਆ ਹੈਗਾ ਇੰਟਰਸਟਿੰਗ ਲੱਗਿਆ ਹੋਊਗਾ ਮੇਰੇ ਅਕੋਰਡਿੰਗ ਕਾਫੀ ਇੰਟਰਸਟਿੰਗ ਸੀ ਕਿਉਂਕਿ ਹਰ ਤਰ੍ਹਾਂ ਦਾ ਕੁਐਸਚਨ ਸੀਗਾ ਵੋਕੈਬਲਰੀ ਦਾ ਵੀ ਰੋਲ ਸੀ ਟ੍ਰਿਕੀ ਸੀ ਮੇਨ ਗੱਲ ਜਿਹੜੀ ਹੁੰਦੀ ਹੈ ਜੀ ਟ੍ਰਿਕੀ ਹੁੰਦੇ ਨੇ ਕੰਪਰੀਹੈਂਸ਼ਨ ਇਹਨਾਂ ਚੀਜ਼ਾਂ ਦਾ ਜ਼ਰੂਰ ਧਿਆਨ ਰੱਖਿਓ ਇਹ ਤੁਹਾਨੂੰ ਉਲਝਾਉਣ ਵਾਸਤੇ ਹੀ ਹੁੰਦਾ ਠੀਕ ਹੈ ਜੀ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਜ਼ਰੂਰ ਕਰਿਓ ਆਪਣੇ ਵਿਊਜ਼ ਜ਼ਰੂਰ ਪ੍ਰੈਜ਼ੈਂਟ ਕਰਿਓ ਸਾਡੇ ਚੈਨਲ ਨੂੰ ਜੇ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਪਲੱਸ ਬੈਲ ਆਈਕਨ ਨੂੰ ਪ੍ਰੈਸ ਕਰਿਓ ਤਾਂ ਜੋ ਤੁਹਾਨੂੰ ਸਾਡੇ ਨਵੇਂ ਵੀਡੀਓਜ਼ ਦਾ ਨਵੇਂ ਕੰਟੈਂਟ ਦਾ ਨੋਟੀਫਿਕੇਸ਼ਨ ਮਿਲਦਾ ਰਹੇ ਅੱਜ ਦੇ ਲਈ ਇੰਨਾ ਹੀ ਥੈਂਕ ਯੂ